ਸਾਲ 1699 ਈਸਵੀ ਦੀ ਵਿਸਾਖੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਸ਼ੇਸ਼ ਸਮਾਰੋਹ ਦਾ ਪ੍ਰਬੰਧ ਕੀਤਾ। ਸਿੱਖਾਂ ਨੂੰ ਭਾਰੀ ਗਿਣਤੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜੀ ਵਿੱਚ ਪਹੁੰਚਣ ਦੇ ਸੱਦੇ ਪਹਿਲਾਂ ਵੱਲੋਂ ਹੀ ਭੇਜ ਦਿੱਤੇ ਗਏ ਸਨ ਅਤੇ ਨਾਲ ਹੀ ਉਹਨਾਂ ਨੂੰ ਸ਼ਸਤਰਬੰਦ ਹੋ ਕੇ ਆਉਣ ਨੂੰ ਕਿਹਾ ਗਿਆ। ਸੁਨੇਹਾ ਪਾਉਂਦੇ ਹੀ ਦੇਸ਼ ਦੇ ਵੱਖਰੇ ਖੇਤਰਾਂ ਵੱਲੋਂ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਕਾਫਲੇ ਬਣਾ ਕੇ ਵੱਡੀ ਗਿਣਤੀ ਵਿੱਚ ਮੌਜੂਦ ਹੋਏ। ਵਿਸਾਖੀ ਦੇ ਦਿਨ ਗੁਰੂ ਜੀ ਨੇ ਇੱਕ ਵਿਸ਼ੇਸ਼ ਥਾਂ ਵਿੱਚ ਮੁੱਖ ਸਮਾਰੋਹ ਦਾ ਆਰੰਭ ਕੀਤਾ। ਸਮਾਰੋਹ ਦਾ ਆਰੰਭ ਪ੍ਰਾਂਤ ਕਾਲ ਆਸਾਂ ਦੀ ਵਾਰ ਕੀਰਤਨ ਵੱਲੋਂ ਕੀਤਾ। ਦੀਵਾਨ ਦੀ ਅੰਤ ਦੇ ਸਮੇਂ ਗੁਰੂ ਜੀ ਰੰਗ ਮੰਚ ਉੱਤੇ ਹੱਥ ਵਿੱਚ ਨੰਗੀ ਤਲਵਾਰ ਲਈ ਹੋਏ ਪਧਾਰੇ ਅਤੇ ਆਪ ਜੀ ਨੇ ਵੀਰ ਰਸ ਵਿੱਚ ਪ੍ਰਵਚਨ ਕਰਦੇ ਹੋਏ ਕਿਹਾ ਕਿ ਮੁਗਲਾਂ ਦੇ ਜ਼ੁਲਮ ਨਿਰੰਤਰ ਵਧਦੇ ਜਾ ਰਹੇ ਹਨ। ਸਾਡੀ ਬਹੂ ਬੇਟੀਆਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਰਹੀ। ਅੰਤ ਸਾਨੂੰ ਅਕਾਲ ਪੁਰਖ ਈਸ਼ਵਰ ਦੀ ਆਗਿਆ ਹੋਈ ਹੈ ਕਿ ਜ਼ੁਲਮ ਪੀੜਤ ਧਰਮ ਦੀ ਰੱਖਿਆ ਹੇਤੂ ਵੀਰ ਯੋਧਾਵਾਂ ਦੀ ਲੋੜ ਹੈ, ਜੋ ਵੀ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਦੁਸ਼ਟਾਂ ਦਾ ਦਮਨ ਕਰਨਾ ਚਾਹੁੰਦੇ ਹਨ, ਉਹ ਆਪਣਾ ਸਿਰ ਮੇਰੀ ਇਸ ਤਲਵਾਰ ਨੂੰ ਭੇਟ ਕਰਨ। ਉਦੋਂ ਗੁਰੂ ਜੀ ਨੇ ਆਪਣੀ ਮਿਆਨ ਵਿੱਚੋਂ ਕਿਰਪਾਨ ਕੱਢੀ ਅਤੇ ਲਲਕਾਰਦੇ ਹੋਏ ਸਿੰਘ ਗਰਜਨਾ ਵਿੱਚ ਕਿਹਾ, ਹੈ ਕੋਈ ਮੇਰਾ ਪਿਆਰਾ ਸਿੱਖ ਜੋ ਅੱਜ ਮੇਰੀ ਇਸ ਤਲਵਾਰ ਦੀ ਪਿਆਸ ਆਪਣੇ ਖੂਨ ਵੱਲੋਂ ਬੁਝਾ ਸਕੇ। ਇਸ ਪ੍ਰਸ਼ਨ ਨੂੰ ਸੁਣਦੇ ਹੀ ਸਭਾ ਵਿੱਚ ਸਨਾਟਾ ਛਾ ਗਿਆ, ਪਰ ਗੁਰੂ ਜੀ ਦੇ ਦੁਬਾਰਾ ਚੁਣੌਤੀ ਦੇਣ ਉੱਤੇ ਇੱਕ ਨਿਸ਼ਠਾਵਾਨ ਵਿਅਕਤੀ ਹੱਥ ਜੋੜ ਕੇ ਉੱਠਿਆ ਅਤੇ ਬੋਲਿਆ, ਗੁਰੂ ਜੀ ਮੈਂ ਹਾਜ਼ਰ ਹਾਂ। ਇਹ ਲਾਹੌਰ ਨਿਵਾਸੀ ਦਇਆ ਰਾਮ ਸੀ। ਉਹ ਕਹਿਣ ਲੱਗਾ, ਮੇਰਾ ਸਿਰ ਤੁਹਾਡੀ ਹੀ ਅਮਾਨਤ ਹੈ। ਮੈਂ ਤੁਹਾਨੂੰ ਇਹ ਸਿਰ ਭੇਟ ਵਿੱਚ ਦੇ ਕੇ ਆਪਣਾ ਜਨਮ ਸਫਲ ਕਰਨਾ ਚਾਹੁੰਦਾ ਹਾਂ। ਆਪ ਜੀ ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰੋ। ਗੁਰੂ ਜੀ ਉਸ ਨੂੰ ਇੱਕ ਵਿਸ਼ੇਸ਼ ਤੰਬੂ ਵਿੱਚ ਲੈ ਗਏ। ਕੁਝ ਹੀ ਪਲਾਂ ਵਿੱਚ ਉੱਥੇ ਵੱਲੋਂ ਖੂਨ ਵੱਲੋਂ ਸਾਨੀ ਹੋਈ ਤਲਵਾਰ ਲਈ ਹੋਏ ਗੁਰੂ ਜੀ ਪਰਤ ਆਏ ਅਤੇ ਫੇਰ ਆਪਣੇ ਸਿੱਖਾਂ ਨੂੰ ਲਲਕਾਰਿਆ। ਇਹ ਇੱਕ ਨਵੇਂ ਪ੍ਰਕਾਰ ਦਾ ਦ੍ਰਿਸ਼ ਸੀ ਜੋ ਸਿੱਖ ਸੰਗਤ ਨੂੰ ਪਹਿਲਾ ਵਾਰ ਦਿਸਣਯੋਗ ਹੋਇਆ। ਅੰਤ ਸਾਰੀ ਸਭਾ ਵਿੱਚ ਡਰ ਦੀ ਲਹਿਰ ਦੌੜ ਗਈ। ਉਹ ਗੁਰੂ ਜੀ ਦੀ ਕਲਾ ਵੱਲੋਂ ਵਾਕਫ ਨਹੀਂ ਸਨ। ਇਸ ਪ੍ਰਕਾਰ ਉਹ ਦੁਵਿਧਾ ਵਿੱਚ ਸ਼ਰਧਾ ਭਗਤੀ ਖੋ ਬੈਠੇ ਅਤੇ ਕਾਨਾਫੂਸੀ ਕਰਨ ਕਿ ਪਤਾ ਨਹੀਂ ਅੱਜ ਗੁਰੂ ਜੀ ਨੂੰ ਕੀ ਹੋ ਗਿਆ ਹੈ। ਸਿੱਖਾਂ ਦੀ ਹੱਤਿਆ ਕਰਨ ਲੱਗੇ ਹਨ। ਇਹਨਾਂ ਵਿੱਚ ਕੁਝ ਇਕੱਠੇ ਹੋ ਕੇ ਮਾਤਾ ਗੁਜਰੀ ਜੀ ਦੇ ਕੋਲ ਸ਼ਿਕਾਇਤ ਕਰਨ ਜਾ ਪਹੁੰਚੇ ਅਤੇ ਕਹਿਣ ਲੱਗੇ ਕਿ ਪਤਾ ਨਹੀਂ ਗੁਰੂ ਜੀ ਨੂੰ ਕੀ ਹੋ ਗਿਆ ਹੈ। ਉਹ ਆਪਣੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਜੇਕਰ ਇਸ ਪ੍ਰਕਾਰ ਚੱਲਦਾ ਰਿਹਾ ਤਾਂ ਸਿੱਖੀ ਖਤਮ ਹੁੰਦੇ ਦੇਰ ਨਹੀਂ ਲੱਗੇਗੀ। ਇਹ ਸੁਣ ਕੇ ਮਾਤਾ ਜੀ ਨੇ ਆਪਣੀ ਛੋਟੀ ਬਹੂ ਸਾਹਿਬ ਕੌਰ ਜੀ ਨੂੰ ਗੁਰੂ ਜੀ ਦੇ ਦਰਬਾਰ ਦੀ ਸੁੱਧ ਲੈਣ ਲਈ ਭੇਜਿਆ। ਮਾਤਾ ਸਾਹਿਬ ਕੌਰ ਜੀ ਨੇ ਘਰ ਵੱਲੋਂ ਚਲਦੇ ਸਮੇਂ ਕੁਝ ਪਤਾਸੇ ਪੱਲੂ ਵਿੱਚ ਬੰਨ ਲਏ ਅਤੇ ਦਰਸ਼ਨਾਂ ਨੂੰ ਚੱਲ ਪਈ। ਉਧਰ ਦੂਜੀ ਵਾਰੀ ਲਲਕਾਰਨ ਉੱਤੇ ਸ਼ਰਧਾਵਾਨ ਸਿੱਖਾਂ ਵਿੱਚੋਂ ਦਿੱਲੀ ਨਿਵਾਸੀ ਧਰਮਦਾਸ ਜਾਟ ਉੱਠਿਆ। ਗੁਰੂ ਜੀ ਨੇ ਉਸ ਨੂੰ ਵੀ ਉਸੇ ਪ੍ਰਕਾਰ ਤੰਬੂ ਵਿੱਚ ਲੈ ਗਏ। ਫਿਰ ਜਲਦੀ ਹੀ ਖੂਨ ਵੱਲੋਂ ਸਨੀ ਤਲਵਾਰ ਲੈ ਕੇ ਰੰਗ ਮੰਚ ਉੱਤੇ ਆ ਗਏ ਅਤੇ ਉਹੀ ਪ੍ਰਸ਼ਨ ਫਿਰ ਦੁਹਰਾਇਆ ਕਿ ਮੈਨੂੰ ਇੱਕ ਸਿਰ ਦੀ ਹੋਰ ਲੋੜ ਹੈ। ਇਸ ਵਾਰ ਭਾਈ ਮੁਕਮ ਚੰਦ ਛਿੱਬਾ ਗੁਜਰਾਤ ਦਵਾਰਕਾ ਦਾ ਨਿਵਾਸੀ ਉੱਠਿਆ। ਉਸਨੇ ਆਪਣੇ ਆਪ ਨੂੰ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ ਅਤੇ ਕਿਹਾ ਕਿ ਗੁਰੂ ਜੀ ਮੇਰਾ ਸਿਰ ਹਾਜ਼ਰ ਹੈ। ਗੁਰੂ ਜੀ ਨੇ ਉਸ ਨੂੰ ਵੀ ਤੁਰੰਤ ਫੜਿਆ ਅਤੇ ਖਿੱਚ ਕੇ ਤੰਬੂ ਵਿੱਚ ਲੈ ਗਏ। ਕੁਝ ਪਲਾਂ ਬਾਅਦ ਫਿਰ ਪਰਤ ਕੇ ਰੰਗ ਮੰਚ ਉੱਤੇ ਆ ਗਏ ਅਤੇ ਫਿਰ ਵੱਲੋਂ ਉਹੀ ਪ੍ਰਸ਼ਨ ਦੁਹਰਾਇਆ ਕਿ ਮੈਨੂੰ ਇੱਕ ਸਿਰ ਦੀ ਹੋਰ ਲੋੜ ਹੈ। ਇਸ ਵਾਰ ਖੂਨ ਵੱਲੋਂ ਸਨੀ ਤਲਵਾਰ ਵੇਖ ਕੇ ਬਹੁਤਿਆਂ ਦੇ ਦਿਲ ਦਹਿਲ ਗਏ, ਪਰ ਉਸੇ ਪਲ ਭਾਈ ਹਿੰਮਤ ਲਾਂਗਰੀ ਨਿਵਾਸੀ ਜਗਰਨਾਥਪੁਰੀ ਉੜੀਸਾ ਦਾ ਰਹਿਣ ਵਾਲਾ ਉੱਠਿਆ ਅਤੇ ਕਹਿਣ ਲੱਗਾ ਕਿ ਗੁਰੂ ਜੀ ਮੇਰਾ ਸਿਰ ਹਾਜ਼ਰ ਹੈ। ਠੀਕ ਇਸ ਪ੍ਰਕਾਰ ਗੁਰੂ ਜੀ ਪੰਜਵੀਂ ਵਾਰ ਰੰਗ ਮੰਚ ਉੱਤੇ ਆਏ ਅਤੇ ਉਹੀ ਪ੍ਰਸ਼ਨ ਸੰਗਤ ਦੇ ਸਾਹਮਣੇ ਰੱਖਿਆ ਕਿ ਮੈਨੂੰ ਇੱਕ ਸਿਰ ਹੋਰ ਚਾਹੀਦਾ ਹੈ। ਇਸ ਵਾਰ ਬਿੱਦਰ ਕਰਨਾੜ ਦਾ ਨਿਵਾਸੀ ਸਾਹਿਬ ਚੰਦ ਨਾਈ ਉੱਠਿਆ ਅਤੇ ਉਸਨੇ ਪ੍ਰਾਰਥਨਾ ਕੀਤੀ ਕਿ ਮੇਰਾ ਸਿਰ ਸਵੀਕਾਰ ਕਰੋ। ਉਸ ਨੂੰ ਵੀ ਗੁਰੂ ਜੀ ਉਸੇ ਪ੍ਰਕਾਰ ਖਿੱਚ ਕੇ ਤੰਬੂ ਵਿੱਚ ਲੈ ਗਏ। ਹੁਣ ਗੁਰੂ ਜੀ ਦੇ ਕੋਲ 5 ਆਤਮ ਬਲਦਾਨੀ ਸਿੱਖ ਸਨ ਜੋ ਕਿ ਕੜੀ ਪ੍ਰੀਖਿਆ ਵਿੱਚ ਪਾਸ ਹੋਏ ਸਨ। ਇਸ ਕੋਤਕ ਦੇ ਬਾਅਦ ਇਹਨਾਂ ਪੰਜਾਂ ਨੂੰ ਇੱਕੋ ਜਿਹੇ ਨੀਲੇ ਬਸਤਰ, ਕੇਸਰੀ ਦਸਤਾਰ, ਕਸ਼ਹਿਰੇ ਅਤੇ ਲਘੂ ਕਿਰਪਾਨ ਪਹਿਨਣ ਨੂੰ ਦਿੱਤੀ ਅਤੇ ਗੁਰੂ ਜੀ ਨੇ ਆਪ ਵੀ ਇਸ ਪ੍ਰਕਾਰ ਦਾ ਵਸਤਰ ਪਾਇਆ। ਤਦ ਇਹਨਾਂ ਪੰਜਾਂ ਨੂੰ ਗੁਰੂ ਜੀ ਆਪਣੇ ਨਾਲ ਪੰਡਾਲ ਵਿੱਚ ਲੈ ਕੇ ਆਏ। ਉਸ ਸਮੇਂ ਇਹਨਾਂ ਪੰਜਾਂ ਨੂੰ ਸੁੰਦਰ ਸਵਰੂਪ ਵਿੱਚ ਵੇਖ ਕੇ ਸੰਗਤ ਹੈਰਾਨੀ ਵਿੱਚ ਪੈ ਗਈ, ਕਿਉਂਕਿ ਇਹਨਾਂ ਦੇ ਚਿਹਰੇ ਵੱਲੋਂ
ਜੇਤੂ ਹੋਣ ਦਾ ਨੂਰ ਝਲਕ ਰਿਹਾ ਸੀ। ਉਦੋਂ ਗੁਰੂ ਜੀ ਨੇ ਭਾਈ ਚਉਪਤੀ ਰਾਏ ਨੂੰ ਆਦੇਸ਼ ਦਿੱਤਾ, ਚਰਨਾਮਤ ਵਾਲੇ ਮਟਕੇ ਨੂੰ ਪਾਣੀ ਸਹਿਤ ਸਤਲੁਜ ਵਿੱਚ ਪ੍ਰਵਾਹਿਤ ਕਰ ਦਿਓ ਅਤੇ ਉਸ ਦੇ ਸਥਾਨ ਉੱਤੇ ਸਰਬਲੋਹ ਦੇ ਭਾਂਡੇ ਵਿੱਚ ਸਾਫ਼ ਪਾਣੀ ਭਰ ਕੇ ਲਿਆਵੋ। ਅਜਿਹਾ ਹੀ ਕੀਤਾ ਗਿਆ। ਗੁਰੂ ਜੀ ਨੇ ਇਸ ਲੋਹ ਪਾਤਰ ਨੂੰ ਪੱਥਰ ਦੀ ਦਲੀ ਉੱਤੇ ਸਥਿਰ ਕਰਕੇ ਉਸ ਵਿੱਚ ਖੰਡਾ, ਦੋ ਧਾਰੀ ਤਲਵਾਰ ਵੀਰ ਆਸਨ ਵਿੱਚ ਬੈਠ ਕੇ ਘੁਮਾਉਣਾ ਸ਼ੁਰੂ ਕਰ ਦਿੱਤਾ। ਉਦੋਂ ਗੁਰੂ ਜੀ ਦੀ ਸੁਪਤਨੀ ਸਾਹਿਬ ਕੌਰ ਜੀ ਦਰਸ਼ਨਾਂ ਨੂੰ ਮੌਜੂਦ ਹੋਈ। ਉਹਨਾਂ ਨੇ ਪਤਾਸੇ ਭੇਟ ਕੀਤੇ, ਜਿਨ੍ਹਾਂ ਨੂੰ ਗੁਰੂ ਜੀ ਨੇ ਉਸੇ ਸਮੇਂ ਲੋਹ ਪਾਤਰ ਦੇ ਪਾਣੀ ਵਿੱਚ ਮਿਲਾ ਦਿੱਤਾ ਅਤੇ ਗੁਰਬਾਣੀ ਉਚਾਰਨ ਕਰਦੇ ਹੋਏ ਖੰਡਾ ਚਲਾਉਣ ਲੱਗੇ। ਸਭ ਤੋਂ ਪਹਿਲਾਂ ਗੁਰੂ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਉਸ ਤੋਂ ਬਾਅਦ ਜਪ ਸਾਹਿਬ ਜੀ, ਸਵਈਏ ਸਾਹਿਬ ਜੀ, ਚੁਪਾਈ ਸਾਹਿਬ ਜੀ ਅਤੇ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਪਾਠ ਦੀ ਅੰਤ ਉੱਤੇ ਅਰਦਾਸ ਕੀਤੀ ਅਤੇ ਜਕਾਰੇ ਦੇ ਬਾਅਦ ਖੰਡੇ ਦਾ ਅੰਮ੍ਰਿਤ ਵਿਤਰਨ ਕਰਨ ਦੀ ਮਰਿਆਦਾ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਗੁਰੂ ਜੀ ਨੇ ਅੰਮ੍ਰਿਤ ਦੇ ਛਿੱਟੇ ਉਹਨਾਂ ਦੀ ਅੱਖਾਂ, ਕੇਸਾਂ ਅਤੇ ਸਰੀਰ ਉੱਤੇ ਮਾਰਦੇ ਹੋਏ ਆਗਿਆ ਦਿੱਤੀ ਕਿ ਉਹ ਸਾਰੇ ਵਾਰੀ-ਵਾਰੀ ਬਾਟੇ ਵਿੱਚੋਂ ਅੰਮ੍ਰਿਤ ਪਾਨ ਕਰਨ। ਇਹੀ ਕੀਤਾ ਗਿਆ। ਇਹੀ ਪ੍ਰਕਿਰਿਆ ਫਿਰ ਆਪਸ ਦੁਹਰਾਈ, ਜਾਨੀ ਕਿ ਉਸੇ ਭਾਂਡੇ ਵੱਲੋਂ ਦੁਬਾਰਾ ਅੰਮ੍ਰਿਤ ਪਾਨ ਕਰਨ ਨੂੰ ਕਿਹਾ ਗਿਆ, ਜਾਨੀ ਕਿ ਇੱਕ ਦੂਜੇ ਦਾ ਜੁੱਠਾ, ਜਿਸ ਦੇ ਨਾਲ ਉੱਚ ਨੀਚ ਦਾ ਭੁਲੇਖਾ ਹਮੇਸ਼ਾ ਲਈ ਖਤਮ ਹੋ ਜਾਵੇ। ਗੁਰੂ ਜੀ ਨੇ ਉਸੇ ਸਮੇਂ 5 ਸਿੱਖਾਂ ਦੇ ਨਾਮਾਂ ਦੇ ਨਾਲ ਸਿੰਘ ਸ਼ਬਦ ਲਗਾ ਦਿੱਤਾ, ਜਿਸ ਦਾ ਮਤਲਬ ਹੈ ਬੱਬਰ ਸ਼ੇਰ। ਇਸ ਪ੍ਰਕਾਰ ਉਹਨਾਂ ਦੇ ਨਵੇਂ ਨਾਮਕਰਨ ਕੀਤੇ ਗਏ। ਇਹਨਾਂ ਨੂੰ 5 ਪਿਆਰਿਆਂ ਦੀ ਉਪਾਧੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਵਿਸ਼ੇਸ਼ ਉਪਦੇਸ਼ ਦਿੱਤਾ ਕਿ ਅੱਜ ਵੱਲੋਂ ਤੁਹਾਡਾ ਪਹਿਲਾ ਜਨਮ, ਜਾਤੀ, ਕੁਲ, ਧਰਮ ਸਾਰੇ ਖਤਮ ਹੋ ਗਏ ਹਨ। ਅੱਜ ਵੱਲੋਂ ਤੁਸੀਂ ਸਾਰੇ ਗੁਰੂ ਵਾਲੇ ਹੋ ਗਏ ਹੋ। ਅੱਜ ਵੱਲੋਂ ਤੁਸੀਂ ਮੇਰੇ ਜੰਮੇ ਪੁੱਤ ਹੋ। ਤੁਹਾਡੀ ਮਾਤਾ ਸਾਹਿਬ ਕੌਰ ਨਿਵਾਸੀ ਕੇਸਗੜ੍ਹ ਅਨੰਦਪੁਰ ਸਾਹਿਬ ਹਨ ਅਤੇ ਤੁਹਾਡੀ ਜਾਤੀ ਖਾਲਸਾ ਹੈ, ਕਿਉਂਕਿ ਸਿੰਘਾਂ ਦੀ ਕੇਵਲ ਇੱਕ ਹੀ ਜਾਤੀ ਹੁੰਦੀ ਹੈ। ਹੁਣ ਤੁਸੀਂ ਲੋਕਾਂ ਦੀ ਵੇਸ਼ ਸ਼ਿੰਗਾਰ 5 ਕੰਕਾਰੀ ਵਰਦੀ ਹੋਵੇਗੀ। ਗੁਰੂ ਜੀ ਨੇ ਕਿਹਾ, ਤੁਸੀਂ ਅੰਮ੍ਰਿਤ ਵੇਲੇ ਵਿੱਚ ਜਾਗ ਕੇ ਈਸ਼ਵਰ ਦਾ ਨਾਮ ਸਿਮਰਨ ਕਰੋਗੇ, ਉਪਜੀਵਕਾ ਲਈ ਧਰਮ ਦੀ ਕਿਰਤ ਕਰੋਗੇ, ਜਾਨੀ ਕਿ ਧੋਖਾਧੜੀ ਨਹੀਂ ਅਤੇ ਅਰਜਿਤ ਪੈਸਾ ਵੰਡ ਕੇ ਸੇਵਨ ਕਰੋਗੇ।